Good morning, dear students. In previous video, we discussed about units and measurement. In that video, we discussed what are the biggest or smallest unit of length, mass and time. Now in this video, we are going to discuss our main topic, dimensions. What are the dimensions? So we will discuss dimension of physical quantities one by one. ਹੁਣ ਦੇਖੋ ਜੋ ਆਪਣਾ ਇਹ ਟੌਪਿਕ ਆ ਡਾਈਮੈਂਸ਼ਨ, ਇਸ ਦੇ ਵਿੱਚ ਕੀ ਹੋਊਗਾ ਆਪਣੇ ਕੋਲ ਕਿ ਆਪਾਂ ਸਾਰਿਆਂ ਨਾਲੋਂ ਪਹਿਲਾਂ ਡਾਈਮੈਂਸ਼ਨ ਨੂੰ ਡਿਫਾਈਨ ਕਰਾਂਗੇ, ਫਿਰ ਜੋ ਮੇਨ ਫਿਜ਼ੀਕਲ ਕੁਆਂਟੀਟੀਜ਼ ਆ ਉਹਨਾਂ ਸਾਰਿਆਂ ਦੇ ਡਾਈਮੈਂਸ਼ਨ ਰਾਈਟ ਕਰਾਂਗੇ। ਉਹ ਡਾਈਮੈਂਸ਼ਨ ਫਾਰਮੂਲੇ ਜੋ ਆਪਾਂ ਰਾਈਟ ਕਰਨੇ ਆ ਉਹ ਆਪਾਂ ਨੂੰ ਜਿੰਨੇ ਵੀ ਆਪਾਂ ਕਰਨੇ ਆ ਉਹ ਆਪਾਂ ਨੂੰ ਆਉਣੇ ਚਾਹੀਦੇ ਆ, ਕਿਉਂਕਿ ਉਹਨਾਂ ਦੀ ਹੈਲਪ ਦੇ ਨਾਲ ਹੀ ਅੱਗੇ ਜੋ 3 ਟਾਈਪਸ ਆ ਉਹ ਆਪਾਂ ਡਿਸਕਸ ਕਰ ਸਕਦੇ ਹਾਂ। ਜੇ ਆਪਾਂ ਨੂੰ ਉਹ ਨਹੀਂ ਆਉਣਗੇ ਫਿਰ ਆਪਾਂ ਨੂੰ ਉਹ 3 ਟਾਈਪਸ ਆ ਜੋ ਜਿਹੜੀਆਂ ਜੇ ਐਪਲੀਕੇਸ਼ਨ ਇਹਦੀ ਯੂਜ਼ ਹੁੰਦੀ ਹੈ ਉਹ ਨਹੀਂ ਆਉਣਗੀਆਂ। ਸੋ ਇਸ ਕਰਕੇ ਮੇਨ ਪਾਰਟ ਆ ਇਹਨੂੰ ਆਪਾਂ 1 ਬਾਈ 1 ਕਰਕੇ ਯਾਦ ਕਰਨਾ, ਕਿਉਂਕਿ ਇੱਕ ਦੂਸਰੇ ਦੇ ਨਾਲ ਲਿੰਕ ਆ। ਤੋ ਆਪਾਂ ਸਾਰਿਆਂ ਨਾਲੋਂ ਪਹਿਲਾਂ ਸਟਾਰਟ ਕਰਾਂਗੇ ਡੈਫੀਨੇਸ਼ਨ ਤੋਂ। ਡਾਈਮੈਂਸ਼ਨ ਦੀ ਡੈਫੀਨੇਸ਼ਨ ਕੀ ਹੁੰਦੀ ਹੈ? ਹੁਣ ਡਾਈਮੈਂਸ਼ਨ ਦੀ ਡੈਫੀਨੇਸ਼ਨ ਕੀ ਆ? ਆਪਾਂ ਨੂੰ ਪਤਾ ਹੈ ਡਾਈਮੈਂਸ਼ਨ ਦਾ ਮਤਲਬ ਕੀ ਆ। ਜਿਵੇਂ ਆਪਾਂ ਕਹਿ ਦਿੰਦੇ ਸੀਗੇ ਏਰੀਆ ਦੇ ਵਿੱਚ ਲੈਂਥ ਤੇ ਬ੍ਰੈਡਥ ਆ ਜਾਂਦੀ ਆ, ਵੋਲਿਊਮ ਲੈਂਥ ਬ੍ਰੈਡਥ ਹਾਈਟ, ਇਹ ਇੱਕ ਤਰ੍ਹਾਂ ਦੀ ਉਹਦੀ ਡਾਈਮੈਂਸ਼ਨ ਹੀ ਆ। ਹੁਣ ਜੇ ਆਪਾਂ ਨੂੰ ਲੈਂਥ ਆਉਂਦੀ ਆ, ਲੈਂਥ ਦੇ ਵਿੱਚ ਆਪਾਂ ਇਸ ਸਿੰਬਲ ਦੇ ਨਾਲ ਡਿਨੋਟ ਕਰਨਾ ਵਾ ਡਾਈਮੈਂਸ਼ਨ ਦੇ ਵਿੱਚ L ਦੇ ਨਾਲ। ਮਾਸ ਆਪਣੇ ਕੋਲ M ਦੇ ਨਾਲ ਡਿਨੋਟ ਕਰਾਂਗੇ, ਟਾਈਮ T ਦੇ ਨਾਲ। ਹੋਰ ਵੀ ਆਪਣੇ ਕੋਲ ਫਿਜ਼ੀਕਲ ਕੁਆਂਟੀਟੀ ਹੋਣਗੀਆਂ, ਜਿਵੇਂ ਟੈਂਪਰੇਚਰ ਉਹਦਾ ਕੈਲਵਿਨ ਹੋ ਜਾਊਗਾ, ਕਰੰਟ ਐਂਪੀਅਰ ਹੋ ਜਾਊਗਾ। ਪਰ ਫਸਟ ਯੂਨਿਟ ਦੇ ਵਿੱਚ ਆਪਾਂ ਜ਼ਿਆਦਾ ਜਿਹੜਾ ਯੂਜ਼ ਕਰਨਾ ਵਾ ਉਹ ਇਹਨਾਂ ਤਿੰਨਾਂ ਨੂੰ ਹੀ ਕਰਨਾ, L M ਤੇ T। ਹੁਣ ਜੇ ਤਾਂ ਕੋਈ ਚੀਜ਼ ਦਾ ਕਨੈਕਸ਼ਨ ਲੈਂਥ ਦੇ ਨਾਲ ਆ, ਠੀਕ ਆ, ਜਿਵੇਂ ਰੇਡੀਅਸ ਆ, ਰੇਡੀਅਸ ਆਪਾਂ ਨੂੰ ਪਤਾ ਇੱਕ ਤਰ੍ਹਾਂ ਦੀ ਲੈਂਥ ਆ, ਲੈਂਥ ਆ, ਬ੍ਰੈਡਥ ਆ, ਹਾਈਟ ਆ, ਇਹ ਸਾਰੀਆਂ ਕੀ ਇੱਕ ਤਰ੍ਹਾਂ ਦੀਆਂ ਲੈਂਥ ਆ। ਡਿਸਟੈਂਸ ਹੋ ਗਿਆ, ਇਹ ਸਾਰੇ ਕੀ ਲੈਂਥ ਆ, ਉਹ ਸਾਰੇ L ਦੇ ਨਾਲ ਡਿਨੋਟ ਕਰਨਾ। ਮਾਸ ਸਿੰਪਲ ਹੋਊਗਾ, ਮਾਸ ਦੇ ਨਾਲ ਟਾਈਮ ਨਾਲ ਡਿਨੋਟ ਕਰਨਾ। ਹੁਣ ਡਾਈਮੈਂਸ਼ਨ ਹੁੰਦੀ ਕੀ ਹੈ? ਡਾਈਮੈਂਸ਼ਨ ਦੇਖੋ ਕੀ ਆ ਕਿ ਕੋਈ ਵੀ ਆਪਣੇ ਕੋਲ ਫਿਜ਼ੀਕਲ ਕੁਆਂਟੀਟੀ ਦਾ ਮਤਲਬ ਲੈਂਥ ਹੋ ਗਿਆ, ਆਪਣੇ ਕੋਲ ਮਾਸ ਹੋ ਗਿਆ, ਟਾਈਮ ਹੋ ਗਿਆ, ਠੀਕ ਹੈ। ਇਹ ਫਿਜ਼ੀਕਲ ਕੁਆਂਟੀਟੀ ਕਿੰਨੀ ਪਾਵਰ ਨਾਲ ਰਿਪਰੈਜ਼ੈਂਟ ਹੁੰਦੀ ਹੈ, ਠੀਕ ਹੈ। ਜਿਵੇਂ ਆਪਾਂ ਟੀ ਸਕੁਅਰ ਦੀ ਗੱਲ ਕਰਦੇ ਹਾਂ, ਟੀ ਸਕੁਅਰ ਦਾ ਮਤਲਬ ਟਾਈਮ 2 ਵਾਰੀ ਆ ਗਿਆ। ਐਲ ਸਕੁਅਰ ਦੀ ਗੱਲ ਕਰਦੇ ਆਪਾਂ, ਐਲ ਸਕੁਅਰ ਦਾ ਮਤਲਬ ਕੀ ਹੋ ਗਿਆ ਆਪਣੇ ਕੋਲ ਕਿ ਜਿਹੜੀ ਲੈਂਥ ਆ ਉਹ 2 ਵਾਰ ਆਈ ਆ ਉਹਦੇ 'ਚ। ਜਿਵੇਂ ਏਰੀਆ ਹੋ ਗਿਆ, ਏਰੀਏ ਦੇ ਵਿੱਚ ਜਿਹੜੀ ਲੈਂਥ ਆ, ਲੈਂਥ ਐਲ ਇੱਕ ਤਾਂ ਉਹਦੀ ਆ ਗਈ। ਜਿਵੇਂ ਬ੍ਰੈਡਥ ਹੋ ਗਈ, ਬ੍ਰੈਡਥ ਵੀ ਇੱਕ ਤਰ੍ਹਾਂ ਦੀ ਲੈਂਥ ਆ, ਐਲ ਸਕੁਅਰ ਬਣ ਗਿਆ ਆਪਣੇ ਕੋਲ। ਇਸ ਤਰ੍ਹਾਂ ਆਪਣੇ ਕੋਲ ਡਾਈਮੈਂਸ਼ਨ ਕੀ ਹੋ ਗਈ ਕਿ ਕੋਈ ਵੀ ਫਿਜ਼ੀਕਲ ਕੁਆਂਟੀਟੀ ਆ ਜਿਹੜੀ ਉਹ ਕਿੰਨੀ ਪਾਵਰ ਦੇ ਨਾਲ, ਠੀਕ ਆ, ਆਪਾਂ ਰਿਪਰੈਜ਼ੈਂਟ ਕਰਦੇ ਹਾਂ, ਉਹ ਕੀ ਹੋ ਜਾਂਦੇ ਆ, ਉਹਦੇ ਡਾਈਮੈਂਸ਼ਨ ਹੋ ਜਾਂਦੇ ਆ। ਫਿਰ ਨੈਕਸਟ ਆ ਜਾਂਦਾ ਆਪਣੇ ਕੋਲ ਡਾਈਮੈਂਸ਼ਨਲ ਫਾਰਮੂਲਾ। ਡਾਈਮੈਂਸ਼ਨਲ ਫਾਰਮੂਲਾ ਕੀ ਹੁੰਦਾ ਵਾ? ਡਾਈਮੈਂਸ਼ਨਲ ਫਾਰਮੂਲਾ ਕੀ ਹੁੰਦਾ ਵਾ ਕਿ ਜੋ ਆਪਣੇ ਕੋਲ ਫਿਜ਼ੀਕਲ ਕੁਆਂਟੀਟੀ ਆ, ਉਹ ਫਿਜ਼ੀਕਲ ਕੁਆਂਟੀਟੀ ਆ ਜਿਹੜੀ, ਕਿਹੜੀ ਫਿਜ਼ੀਕਲ ਕੁਆਂਟੀਟੀ ਕਿੰਨੀ ਪਾਵਰ ਦੇ ਨਾਲ ਰੇਜ਼ ਹੋ ਕੇ ਉਸ ਫਾਰਮੂਲੇ 'ਚ ਆਪਾਂ ਲਿਖੀ ਹੈ, ਉਸ ਨੂੰ ਆਪਾਂ ਡਾਈਮੈਂਸ਼ਨਲ ਫਾਰਮੂਲਾ ਕਹਿੰਦੇ ਹਾਂ। ਕਿਹੜੀ ਫਿਜ਼ੀਕਲ ਕੁਆਂਟੀਟੀ ਦਾ ਮਤਲਬ ਲੈਂਥ, ਮਾਸ, ਟਾਈਮ, ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਫਿਜ਼ੀਕਲ ਕੁਆਂਟੀਟੀ ਕਿੰਨੀ ਪਾਵਰ ਦੇ ਨਾਲ ਆਪਾਂ ਰਿਪਰੈਜ਼ੈਂਟ ਕੀਤੀ ਹੈ। ਜਿਵੇਂ ਆਪਾਂ ਡਰਾਈਵ ਯੂਨਿਟ ਕੀਤੀ ਸੀ, ਡਰਾਈਵ ਯੂਨਿਟ ਦੇ ਵਿੱਚ ਸਪੀਡ ਕੀਤਾ ਸੀ, ਡਿਸਟੈਂਸ ਓਵਰ ਟਾਈਮ। डिस्टेंस की है लेंथ का L, टाइम की है T, ਇਹਦੇ ਡਾਈਮੈਂਸ਼ਨ L, T ਉੱਤੇ ਜਾ ਕੇ -1। ਇਹ ਆਪਣੇ ਕੋਲ ਕੀ ਬਣ ਗਿਆ? ਡਾਈਮੈਂਸ਼ਨਲ ਫਾਰਮੂਲਾ। ਆਪਾਂ ਕੀ ਕਿਹਾ ਸੀਗਾ ਕਿ ਕਿਹੜੀ ਫਿਜ਼ੀਕਲ ਕੁਆਂਟੀਟੀ ਕਿੰਨੀ ਪਾਵਰ ਦੇ ਵਿੱਚ ਆਪਣੇ ਕੋਲ ਇਸ ਫਾਰਮੂਲੇ ਦੇ ਵਿੱਚ, ਮਤਲਬ ਡਰਾਈਵ ਯੂਨਿਟ ਦੇ ਵਿੱਚ ਯੂਜ਼ ਕੀਤੀ ਆਪਾਂ, ਉਹ ਡਾਈਮੈਂਸ਼ਨਲ ਫਾਰਮੂਲਾ ਬਣ ਜਾਂਦਾ। ਲੈਂਥ ਦੀ ਪਾਵਰ ਤਾਂ ਇੱਕ ਹੀ ਆ, T ਦੀ ਪਾਵਰ -2 ਆ। ਇਸ ਤਰ੍ਹਾਂ ਪਾਵਰ ਹੈ ਜਿਹੜੀ ਉਹ ਚੇਂਜ ਹੋਈ ਜਾਊਗੀ, ਉਸ ਨੂੰ ਆਪਾਂ ਕੀ ਕਰਾਂਗੇ? ਡਾਈਮੈਂਸ਼ਨਲ ਫਾਰਮੂਲਾ। ਡਾਈਮੈਂਸ਼ਨਲ ਫਾਰਮੂਲਾ ਕੀ ਆ ਕਿ ਕੋਈ ਵੀ ਫਿਜ਼ੀਕਲ ਕੁਆਂਟੀਟੀ ਕਿੰਨੀ ਪਾਵਰ ਦੇ ਨਾਲ ਆਪਾਂ ਡਰਾਈਵ ਯੂਨਿਟ ਦੇ ਵਿੱਚ ਲਿਖਦੇ ਹਾਂ,
अपने को डायमेंशनल फार्मूला। फिर डायमेंशनल इक्वेशन आ जाती है। डायमेंशनल इक्वेशन की आ कि जे ਆਪਾਂ ਕਿਸੇ ਫਿਜ਼ੀਕਲ ਕੁਆਂਟੀਟੀ ਨੂੰ ਜਿਵੇਂ ਸਪੀਡ ਆ ਉਸ ਫਿਜ਼ੀਕਲ ਕੁਆਂਟੀਟੀ ਨੂੰ ਉਹਦੇ ਡਾਇਮੈਂਸ਼ਨਲ ਫਾਰਮੂਲੇ ਦੇ ਇਕੁਅਲ ਰੱਖ ਦਈਏ, ਉਹ ਆਪਣੇ ਕੋਲ ਬਣ ਜਾਂਦੀ ਆ ਡਾਇਮੈਂਸ਼ਨਲ ਇਕੁਏਸ਼ਨ। ਠੀਕ ਹੈ, ਡਾਇਮੈਂਸ਼ਨਲ ਇਕੁਏਸ਼ਨ ਕੀ ਆਪਣੇ ਕੋਲ ਕਿ ਜੇ ਆਪਾਂ ਕਿਸੇ ਫਿਜ਼ੀਕਲ ਕੁਆਂਟੀਟੀ ਨੂੰ ਉਹਦੇ ਡਾਇਮੈਂਸ਼ਨਲ ਫਾਰਮੂਲੇ ਦੇ ਇਕੁਅਲ ਰੱਖਦੇ ਆ, ਉਹ ਕੀ ਬਣ ਜਾਂਦਾ ਵਾ ਡਾਇਮੈਂਸ਼ਨਲ ਇਕੁਏਸ਼ਨ। ਨੈਕਸਟ ਆ ਜਾਂਦਾ ਪ੍ਰਿੰਸੀਪਲ ਆਫ homogeneity। प्रिंसिपल ऑफ होमोजेनिटी की है अपने को। होमोजेनिटी का मतलब की है सेम होना। का अपने को कोई भी फार्मूला दिता वा उस फार्मूले दे विच जे दोवां साइड दे डायमेंशन इक्वल आ ओदे उत्ते प्रिंसिपल ऑफ होमोजेनिटी अप्लाई हुंदी है। मतलब प्रिंसिपल ऑफ होमोजेनिटी दे इक्वल अकॉर्डिंग की कह सकते हैं कि डायमेंशन ऑफ द बोथ साइड विल बी इक्वल। लैफ्ट ते राइट हैंड साइड के जो डायमेंशन आ वो दोवें इक्वल होने चाहिए किसी भी फार्मूले दे विच। उसनूं आपां की कह दिंदे आ फिजिकल प्रिंसिपल ऑफ होमोजेनिटी। ये तो सीगी कुछ डेफिनेशन जो आपां डिस्कस कीतियां। डायमेंशन की डायमेंशनल फार्मूला, डायमेंशनल इक्वेशन, प्रिंसिपल ऑफ होमोजेनिटी। हुण आपां कुछ डायमेंशनल फार्मूले ड्राइव करने हैं जो आपां याद रखने हैं। ये डायमेंशनल फार्मूले एक दूसरे के नाल रिलेटेड ही है। जितने भी आप फार्मूले करने हैं वो याद रखने हैं। सारे तो पहला आप स्टार्ट करने लगे हैं एरिया। एरिया को पता लेंथ इनटू ब्रेड्थ फार्मूला। इस से भी एल कितने हो गए एल स्क्वायर। वॉल्यूम वॉल्यूम इक्वल टू लेंथ इनटू ब्रेड्थ इनटू हाइट। एक फिर कितनों किहदे च आ गए लेंथ दे विच ही आ गए। इन्हां दे डायमेंशन L क्यूब। कई बार अपन इसको इतना भी नोट कर लेंगे हैं m0 L2 T0 क्योंकि मास के टाइम पे दे च है नहीं वो अपन 0 भी लिख सकते हैं। जे नहीं लिख रहे अपन सिंपल इस तरह भी लिख सकते हैं। नेक्स्ट डेंसिटी। डेंसिटी का फार्मूला की होता मास ओवर वॉल्यूम। मास का सिंपल की सीगा m दे नाल ही नोट कर रहे हैं। वॉल्यूम का ਆਪਾਂ ਹੁਣੇ ਨਹੀਂ ਕਿਹਾ L क्यूब की बन गया ये m L ऊपर जाके पावर माइनस L माइनस एक ही आ गया अपने को डेंसिटी। थर्ड स्पीड। स्पीड ਆਪਾਂ ਹੁਣੇ ड्राइव ਕੀਤਾ ਸੀ डिस्टेंस ओवर टाइम। डिस्टेंस का लेंथ टाइम का t n t minus 1। इसी तरह वेलोसिटी। वेलोसिटी की होती है वेलोसिटी इक्वल टू डिस्प्लेसमेंट ओवर टाइम। डिस्प्लेसमेंट भी दिया लेंथ ही है मेरा भी मान होगा l t minus 1। नेक्स्ट एक्सेलरेशन। एक्सेलरेशन की होता रेट ऑफ चेंज ऑफ वेलोसिटी dv by dt। वेलोसिटी ओवर टाइम। वेलोसिटी का हमने ड्राइव किया टाइम का अपन पता नहीं होता है t। अब दे जाके पावर -3 -1 आ भी माइनस की होगी कितने बन गए -2। ये एक्सेलरेशन आ गया। नेक्स्ट एक्सेलरेशन ड्यू टू ग्रेविटी। एक्सेलरेशन ड्यू टू ग्रेविटी स्मॉल g ਦੇ ਨਾਲ ਡਿਨੋਟ ਕਰਦੇ ਆ। ਇਹ स्मॉल a ਦੇ ਨਾਲ एक्सेलरेशन ਨੂੰ ਡਿਨੋਟ ਕਰਦੇ ਆ। स्पीड v ਹੁੰਦੀ ਆ वेलोसिटी v ਦੇ ਨਾਲ ਡਿਨੋਟ ਕਰਦੇ ਆ। डेंसिटी का जो सिंबल आ वो रो होता ठीक है। डेंसिटी रो ਦੇ ਨਾਲ ਡਿਨੋਟ ਕਰਦੇ ਆ। एक्सेलरेशन ड्यू टू ग्रेविटी ਹੁਣ ਇਹ ਵੀ ਇੱਕ ਤਰ੍ਹਾਂ ਦੀ एक्सेलरेशन ਹੀ ਹੈ ठीक है। ਜਿਹੜੇ ਇਹਦੇ ਡਾਇਮੈਂਸ਼ਨ ਆ ਉਹ ਵੀ ਇਹਦੇ ਹੋਣਗੇ l t - 2 एक्सेलरेशन। नेक्स्ट फोर्स। फोर्स की होता मास इनटू एक्सेलरेशन। मास इनटू एक्सेलरेशन। मास का m
एक्सेलरेशन का हमने ड्राइव किया एल टी माइनस टू की बन गया फॉर्मूला एम एल टी माइनस टू। ਇਹਦੇ ਤੇ ਕੁਛ ਨਹੀਂ देखो एल ਦੇ ਉੱਤੇ एम एल ਇਹਦਾ ਮਤਲਬ ਇਹਦੀ ਪਾਵਰ ਪਾਸ ਆ ਜਿਹਦੀ ਪਾਵਰ 0 ਆਪਾਂ ਨੂੰ ਨਹੀਂ ਲਿਖਣੀ ਠੀਕ ਹੈ। ਜਿਹਦੇ ਤੇ ਕੁਛ ਨਹੀਂ ਇਹਦਾ ਮਤਲਬ ਉਹਦੀ ਪਾਵਰ ਕਿੰਨੀ ਆ 1। वर्क डन वर्क इक्वल टू फोर्स इनटू डिस्प्लेसमेंट फोर्स इनटू डिस्प्लेसमेंट फोर्स का ਆਪਾਂ ਡਰਾइव कर लिया हमने m l t 2 डिस्प्लेसमेंट का l की मान देखो m l इनटू l l स्क्वायर t 2 ये फार्मूला जो अपने को किदा आ गया वर्क डन का। ਹੁਣ ਆਪਾਂ ਨੂੰ ਪਤਾ ਜੋ ਵਰਕ ਆ ਜਾਂ એનર્ਜੀ ਆ ਉਹ ਕੀ ਹੁੰਦੀ ਹੈ ਕਪੈਸਿਟੀ ਟੂ ਵਰਕ ਠੀਕ ਹੈ। ਜੋ ਕਪੈਸਿਟੀ ਆਪਣੀ ਵਰਕ ਕਰਨ ਦੀ એનર્ਜੀ ਆ ਇਸ ਕਰਕੇ એનર્ਜੀ ਦੇ ਯੂਨਿਟ ਆ ਜਿਹੜੇ ਉਹ ਸੇਮ ਹੋਣਗੇ ਕਿਹੜੇ ਜੋ ਵਰਕ ਦੇ ਆ। ਕੋਈ ਵੀ એનર્ਜੀ ਆ ਜੇ ਆਪਣੇ ਕੋਲ ਸਭ ਦੇ ਯੂਨਿਟ ਸੇਮ ਹੋਣਗੇ। ਸਿੰਪਲ એનર્ਜੀ ਆ ਕਾਈਨੈਟਿਕ એનર્ਜੀ ਆ पोटेंशियल एनर्जी या हीट आ क्योंकि हीट भी एक तरह की एनर्जी है। ये सारे सिंपल एनर्जी काइनेटिक पोटेंशियल हीट ये सारे के यूनिट की डायमेंशन की होंगे वर्क आ m l 2 t 2 ठीक है। उस तो बाद नेक्स्ट अपने को लाया जाता एंगल एंगल जो होना वा ਉਹਦਾ ਫਾਰਮੂਲਾ ਹੁੰਦਾ ਆਰਕ ਓਵਰ ਰੇਡੀਅਸ। ਆਰਕ ਕੀ ਹੁੰਦੀ ਆ ਜਿਵੇਂ ਸਰਕਲ ਦਾ ਆਪਾਂ ਸਮਾਲ ਪਾਰਟ ਯੂਜ਼ ਕਰ ਲਿਆ ਇਸ ਨੂੰ ਆਪਾਂ ਆਰਕ ਕਹਿੰਦਾ। ਇਹ ਵੀ ਤਾਂ ਲੈਂਥ ਹੀ ਇੱਕ l ਬਾਈ l ਕੀ ਬਣ ਗਿਆ ਕੈਨਸਲ ਹੋ ਜਾਣਗੇ ਇਹ ਡਾਇਮੈਂਸ਼ਨ ਲੈਸ ਹੁੰਦਾ। ਇਹਦੇ ਕੋਈ ਵੀ ਡਾਇਮੈਂਸ਼ਨ ਨਹੀਂ ਹੋਣਗੇ मतलब l भी m भी 0 l भी 0 ਤੇ t भी 0 एंगल की हो गया डायमेंशन लेस। नेक्स्ट एंगुलर वेलोसिटी ध्यान रखना आ ਜਿਹੜੀ वेलोसिटी ਸੀ ਇਹ ਲੀਨੀਅਰ ਹੁੰਦੀ ਹੈ। ਹੁਣ ਜਿਹੜੀ ਆਪਾਂ ਕਰਨ ਲੱਗੇ एंगुलर वेलोसिटी ਇਹ डिस्प्लेसमेंट ਤੇ ਡਿਪੈਂਡ ਕਰਦੀ ਸੀ। ਇਹ एंगुलर डिस्प्लेसमेंट मतलब ਆ ਵਾਲੀ एंगुलर डिस्प्लेसमेंट ਤੇ ਡਿਪੈਂਡ ਕਰਦੀ एंगल ਦੇ ਉੱਤੇ। ये हो गया थीटा बाय t एंगुलर डिस्प्लेसमेंट बाय टाइम ये लीनियर डिस्प्लेसमेंट बाय टाइम। और एंगल ਦੇ ਆਪਾਂ ਡਾਇਮੈਂਸ਼ਨ ਨਹੀਂ ਦਿੱਤਾ ਡਾਇਮੈਂਸ਼ਨ ਲੈਸ ਕੋਈ ਡਾਇਮੈਂਸ਼ਨ ਨਹੀਂ टाइम ਦੇ t ਦੀ ਪਾਵਰ -1 एंगुलर वेलोसिटी ਇਹਨੂੰ ਆਪਾਂ ਡਿਨੋਟ ਕਰਦੇ ਆ ओमेगा ਦੇ ਨਾਲ। ਸੋ ਸਮਾਲ w ओमेगा ਕਹਿ ਦਿੰਦੇ ਆਪਾਂ एंगुलर वेलोसिटी ਦਾ ਸਿੰਬਲ। एंगुलर एक्सेलरेशन अल्फा ਦੇ ਨਾਲ ਡਿਨੋਟ ਕਰਦੇ ਆ ਇਹ ਹੁੰਦੀ ਆ ਇੱਥੇ ਐਂਗੂਲਰ ਐਕਸਲਰੇਸ਼ਨ ਦੀ ਸੀ ਵੈਲੋਸਿਟੀ ਬਾਈ ਟਾਈਮ ਇਹ ਕਿਹੜੀ ਆਉਂਦੀ ਹੈ ਤੇ ਵੈਲੋਸਿਟੀ ਐਂਗੂਲਰ ਵੈਲੋਸਿਟੀ ਓਵਰ ਟਾਈਮ। ਐਂਗੂਲਰ ਵੈਲੋਸਿਟੀ ਦੇ t 1 ਟਾਈਮ ਦੇ ਟਾਈਮ ਆਉਂਦੇ ਜਾ ਕੇ ਮਾਈਨਸ ਦਾ t ਦੀ ਪਾਵਰ -2 ਐਂਗੂਲਰ ਵੈਲੋਸਿਟੀ ਆ ਗਈ ਆਪਣੀ। ਇਸ ਤੋਂ ਬਾਅਦ ਫ੍ਰੀਕੁਐਂਸੀ न्यू ਦੇ ਨਾਲ ਡਿਨੋਟ ਕਰਦੇ ਆ ਆ v ਸੀ ਆ न्यू ਹੁੰਦੀ ਆ ਫ੍ਰੀਕੁਐਂਸੀ ਦਾ ਸਿੰਬਲ ਫ੍ਰੀਕੁਐਂਸੀ ਹੁੰਦੀ ਆ 1 ਬਾਈ ਟਾਈਮ ਪੀਰੀਅਡ। ਇਹਦੇ ਕਿੰਨੇ ਆ ਜਾਣਗੇ t 1। ਨੈਕਸਟ ਵੇਵਲੈਂਥ ਲੈਂਬਡਾ ਦੇ ਨਾਲ ਡਿਨੋਟ ਕਰਦੇ ਆ ਵੇਵਲੈਂਥ मतलब ਇੱਕ ਵੇਵ ਦੀ ਕਿੰਨੀ ਲੈਂਥ ਆ ਕੋਈ ਵੀ ਲੈਂਥ ਤੇ ਆ ਗਿਆ ਇਹਦੇ ਡਾਇਮੈਂਸ਼ਨ ਕੀ ਹੋਣਗੇ m। प्रेशर P ਦੇ ਨਾਲ ਡਿਨੋਟ ਕਰਦੇ ਆਪਾਂ प्रेशर ਦਾ ਫਾਰਮੂਲਾ ਹੁੰਦਾ फोर्स पर यूनिट एरिया फोर्स पर यूनिट एरिया ਦੋਵਾਂ ਦੇ ਡਾਇਮੈਂਸ਼ਨ ਆਪਾਂ ਡਰਾਈਵ ਕੀਤੇ ਹੋਏ ਆ ਉਹ ਦੋਵਾਂ ਦੇ ਪੁੱਟ ਕਰਦੇ ਆ फोर्स ਦੇ ਸੀ m l t 2 ਏਰੀਆ ਦੇ l ਸਕੁਅਰ ਕਿੰਨੇ ਬਣ ਜਾਣਗੇ ਦੇਖੋ m ਆ प्लस ਦਾ 2 ਉੱਤੇ ਜਾ ਕੇ माइनस ਦਾ 2 -2 a ਦੀ ਪਾਵਰ 1 माइनस ਦੇ 2 प्लस ਦੇ 1 ਕਿੰਨਾ रहेगा -1 t ਦੀ ਪਾਵਰ -2
नेक्स्ट पावर पावर होंदी है वर्क बाय टाइम, वर्क डिवाइड बाय टाइम। देखो की बन चुका है वर्क दे सीगे m l स्क्वायर t माइनस 2 डिवाइड बाय टाइम में टाइम आ उत्ते जाके माइनस माइनस में 2 आ भी माइनस में 1 कितने बन के माइनस में 3 m l2 t की पावर माइनस 3। नेक्स्ट अपने को आया ना स्ट्रेस, स्ट्रेस ਹੁੰਦਾ ਵਾ फोर्स ओवर एरिया, स्ट्रेस ਹੁੰਦਾ ਵਾ फोर्स पर यूनिट एरिया, फोर्स पर यूनिट एरिया फोर्स पर यूनिट एरिया सेम आ जाएंगे m l -1 t -2 का स्ट्रेस फोर्स एक्टिंग पर यूनिट एरिया ये भी स्ट्रेस होती है सेम आ जाएंगे प्रेशर वाले डायमेंशन। नेक्स्ट अपने को आया था इलास्टिसिटी या मॉडुलस ऑफ इलास्टिसिटी, इलास्टिसिटी या मॉडुलस ऑफ इलास्टिसिटी ਇਹਨੂੰ कैपिटल ई ਦੇ ਨਾਲ ਵੀ ਆਪਾਂ ਕਈ ਵਾਰ ਡਿਨੋਟ ਕਰ ਲੈਂਦੇ ਹਾਂ। ਹੁਣ ਇਹਦਾ ਜੋ ਫਾਰਮੂਲਾ ਵਾ ਉਹ ਹੁੰਦਾ ਵਾ स्ट्रेस बाय स्ट्रेन। जो स्ट्रेन आ वो भी डायमेंशन है, उसके भी कोई डायमेंशन नहीं होते। स्ट्रेन ਹੁੰਦਾ ਵਾ ਜਿਵੇਂ ਸਪੋਜ਼ ਕਰ ਲਓ ਸਿੰਪਲ ਜੀ ਐਗਜ਼ਾਮਪਲ ਆ ਕੋਈ ਰਬੜ ਆਪਣੇ ਕੋਲ ਉਹਦੀ ਲੈਂਥ ਆ ਵਾ ਆਪਾਂ ਨੂੰ ਸਟ੍ਰੈਚ ਕੀਤਾ ਉਹਦੀ ਲੈਂਥ ਵੱਧ ਗਈ मतलब फोर्स ਲਾਉਣ ਦੇ ਨਾਲ ਉਹਦੀ ਲੈਂਥ 'ਚ ਚੇਂਜ ਆ ਗਿਆ। ਠੀਕ ਹੈ स्ट्रेन ਕੀ ਹੁੰਦਾ ਉਹਦੀ ओरिजिनल ਲੈਂਥ ਕਿੰਨੀ ਸੀ ਡਿਵਾਈਡ ਬਾਈ ਕਿੰਨੀ ਚੇਂਜ ਹੋਈ। ठीक है चेंज इन लेंथ कितनी चेंज हुई है जब अपन स्ट्रेच किया डिवाइड बाय ओदी ओरिजिनल लेंथ कितनी। ठीक है मतलब एक तरह ये चेंज बारे दसदी है अपन स्ट्रेन। इस करके स्ट्रेन है जेडी डायमेंशन देखो कि जेडी स्ट्रेस जब अपन स्ट्रेन की गल करते हैं जेडी लेंथ ਵਧੂਗੀ ਉਹਦੇ ਵੀ एल ਆਉਣਗੇ डिवाइड बाय ओरिजिनल लेंथ ਉਹਦੇ भी एल ਆਉਣਗੇ एल ਨਾਲ एल कैंसिल। इस करके जेडी स्ट्रेन वो डायमेंशनलेस ਹੁੰਦੀ है। आ डायमेंशनलेस होगी स्ट्रेस ਦੇ ਆਪਾਂ ਹੁਣੇ ਕੀਤੇ ਆ ਇਹਦੇ ਵੀ यूनिट डायमेंशन की आ जाती है m l -2 t -2। ठीक है ये अपने को फॉर्मूले बन गए 11 12 13 15 16 9। ठीक है उस तो बाद नेक्स्ट जो अपने को फॉर्मूला प्लैंक कांस्टेंट, प्लैंक कांस्टेंट जो फॉर्मूला आया वो अपने को कितना आया E = h * न्यू मतलब जेडी एनर्जी है h प्लैंक कांस्टेंट का न्यू फ्रीक्वेंसी है एनर्जी ਇਹਦੇ ਇਕੁਅਲ ਹੁੰਦੀ ਹੈ ਆਪਾਂ ਨੂੰ h ਦੀ ਵੈਲਿਊ ਚਾਹੀਦੀ ਹੈ h प्लैंक कांस्टेंट है h = न्यू डिवाइड हो गया E / न्यू। और दोनों के डायमेंशन अपन को पता की बन जूगा एनर्जी दे m l2 t - 2 डिवाइड बाय फ्रीक्वेंसी दे t - 1 ये बन गया अपने को m l2 आ माइनस पे जाके प्लस t पावर -1। ठीक है ये अपने को लिखा है प्लैंक कांस्टेंट। नेक्स्ट अपने को आया था ग्रेविटेशनल कांस्टेंट। ग्रेविटेशनल कांस्टेंट यूनिवर्सल ग्रेविटेशनल कांस्टेंट भी कहते हैं ਇਹਨੂੰ ਆਪਾਂ ਕੈਪੀਟਲ G ਦੇ ਨਾਲ ਡਿਨੋਟ ਕਰਦੇ ਹਾਂ। ਹੁਣ ਇਹਦੇ ਵੀ ਆਪਣੇ ਕੋਲ ਫਾਰਮੂਲਾ ਜਦੋਂ ਆਪਾਂ ਗ੍ਰੈਵਿਟੇਸ਼ਨਲ ਫੋਰਸ ਕਰਦੇ ਹਾਂ। ठीक है ग्रेविटेशनल फोर्स है जेडे ओदा फार्मूला ਹੁੰਦਾ G m m by डिस्टेंस का स्क्वायर। अपन G चाहिए है G कितना आ गया f r स्क्वायर क्रॉस मल्टीप्लाई और दोनों हो गए डिवाइड। और इनका सारा का फार्मूला पता कोटा कर दो फोर्स का कितना सीगा m l t - 2 डिस्टेंस का स्क्वायर l स्क्वायर
मास आ भी मास m ਦਾ ਸਕੁਅਰ ਇਹ ਬਣ ਗਿਆ ਆਪਣੇ ਕੋਲ 8 10 ਦੇ ਇੱਥੇ ਜਾ ਕੇ ਮਾਈਨਸ ਦੇ 2 ਪਲੱਸ ਦੇ 1 ਮਾਈਨਸ ਦੇ 1 l ਸਕੁਅਰ ਇਨਟੂ l ਕਿਊਬ 3 ਦੀ ਪਾਵਰ ਮਾਈਨਸ ਇਹ ਆਪਣੇ ਕੋਲ ਫਾਰਮੂਲਾ ਕਿਹਦਾ ਬਣ ਗਿਆ ग्रेविटेशनल कांस्टेंट ठीक है। इस इधर अपने को लेंथ का रेडियस का कुछ भी आर का वो सारे ने की उनके डायमेंशन एल ही होंगे। एक क्वेश्चन मेन फॉर्मूले है जो तुसी याद रखने हैं जेडे ਆਪਾਂ न्यूमेरिकल ਦੇ ਵਿੱਚ नेक्स्ट जो ਆਪਾਂ ਇਹਨਾਂ ਦੀ ਐਪਲੀਕੇਸ਼ਨ ਕਰਨੀ ਆ ਉਹ 3 ਟਾਈਪ ਦੇ न्यूमेरिकल्स ਹੋਣਗੇ। मतलब ਜੇ ਆਪਾਂ ਕਿਸੇ ਇੱਕ ਫਿਜ਼ੀਕਲ ਕੁਆਂਟੀਟੀ ਨੂੰ ਯੂਨਿਟ ਨੂੰ ਤੇ ਜਿਵੇਂ ਆਪਾਂ ਸੀਜੀਐਸ ਤੇ ਐਸਆਈ ਕੀਤੇ SI ਤੋਂ CGS ਚ ਕਨਵਰਟ ਕਰਨਾ ਹੈ CGS ਤੋਂ SI ਚ ਉਹਦੇ ਨੂੰ ਕਨਵਰਟ ਕਰਨ ਲਈ ਫਾਰਮੂਲਾ ਯੂਜ਼ ਕਰਾਂਗੇ। ਕਿਸੇ ਫਾਰਮੂਲੇ ਦੀ ਕਰੈਕਟਨੈਸ ਚੇਂਜ ਕਰਨੀ ਕਰੈਕਟਨੈਸ ਚੈੱਕ ਕਰਨ ਦਾ ਮਤਲਬ ਕੀ ਹੈ ਕਿ ਉਹ ਫਾਰਮੂਲਾ ਸਹੀ ਹੈ ਕਿ ਗਲਤ ਹੈ ਉਹ ਵੀ ਆਪਾਂ ਇਹਦੀ ਹੈਲਪ ਦੇ ਨਾਲ ਚੈੱਕ ਕਰ ਸਕਦੇ ਹਾਂ। ਫਿਰ ਆਪਾਂ ਫਾਰਮੂਲਾ ਡਰਾਈਵ ਵੀ ਕਰ ਸਕਦੇ ਹਾਂ ਇਹਨਾਂ ਫਾਰਮੂਲੇਸ ਦੀ ਹੈਲਪ ਦੇ ਨਾਲ। ਤੁਸੀਂ ਇਹ ਫਾਰਮੂਲੇ ਸਾਰੇ ਕਾਪੀ ਤੇ ਨੋਟ ਕਰਨੇ ਆ ਤੇ ਇਹਨਾਂ ਨੂੰ ਯਾਦ ਕਰਨਾ 1 ਬਾਈ 1 ਕਰਕੇ ਪਹਿਲਾਂ ਉਹਨਾਂ ਦੇ ਫਾਰਮੂਲੇ ਯਾਦ ਕਰੋ ਫਿਰ ਉਹਨਾਂ ਦਾ ਕਿਹੜਾ ਫਾਰਮੂਲੇ ਲਈ ਕਿਹੜਾ ਫਾਰਮੂਲਾ ਜਿਵੇਂ ਐਂਗੂਲਰ ਵੈਲੋਸਿਟੀ ਕੀ ਸੀ ਆਪਣੇ ਕੋਲ ਐਂਗੂਲਰ ਡਿਸਪਲੇਸਮੈਂਟ ਬਾਈ ਟਾਈਮ ਫਿਰ ਉਹਨਾਂ ਦੇ ਡਾਇਮੈਂਸ਼ਨਲ ਫਾਰਮੂਲੇ ਪੁੱਟ ਕਰਕੇ ਫਿਰ ਉਹਨਾਂ ਨੂੰ ਯਾਦ ਕਰੋ। ਇਹ ਹੋਣੀ ਜ਼ਰੂਰੀ ਆ ਕਿਉਂਕਿ ਇਹਨਾਂ ਤੋਂ ਬਿਨਾ ਜੇ ਤੁਹਾਨੂੰ ਇਹ ਨਾ ਆਉਣਗੇ ਨੈਕਸਟ ਜੋ ਆਪਾਂ ਵਰਕ ਕਰਨਾ ਵਾ ਇਸ ਦੇ ਨਾਲ ਸਾਰਾ ਰਿਲੇਟਡ ਇਸ ਕਰਕੇ ਫਾਰਮੂਲੇ ਕਾਪੀ ਦੇ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ याद करना वा। थैंक्स।